एक ओंकार सतनाम करता पुरख निरभਉ निर्वैर अकाल मूरत अजूनी सैभ भंग गुरप्रसाद जप आद सच जुगाद सच है भी सच नानक होसी भी सच। वाहिगुरु जी का खालसा वाहिगुरु जी की फतेह। Dear students, in this video I am going to discuss the topic basis of accounting। ਬੇਸਿਸ ਆਫ ਅਕਾਊਂਟਿੰਗ ਦੋ ਤਰ੍ਹਾਂ ਦਾ ਹੁੰਦਾ ਐਂਡ ਇਹ ਸਭ ਤੋਂ ਇੰਪੋਰਟੈਂਟ ਟੌਪਿਕ ਹੈ ਥਿਊਰੀ ਦੇ ਵਿੱਚ। ਦੋ ਤਰ੍ਹਾਂ ਦੇ ਬੇਸਿਸ ਆਫ ਅਕਾਊਂਟਿੰਗ ਹੁੰਦੇ, ਕੈਸ਼ ਬੇਸਿਸ ਆਫ ਅਕਾਊਂਟਿੰਗ ਤੇ ਐਕਰੂਅਲ ਬੇਸਿਸ ਆਫ ਅਕਾਊਂਟਿੰਗ। ਯਾਦ ਰੱਖਣਾ, ਅਕਾਊਂਟਸ ਨੂੰ ਬਣਾਉਣ ਦੇ ਦੋ ਬੇਸਿਸ ਹੁੰਦੇ ਆ, ਐਕਰੂਅਲ ਬੇਸਿਸ ਆਫ ਅਕਾਊਂਟਿੰਗ ਐਂਡ ਕੈਸ਼ ਬੇਸਿਸ ਆਫ ਅਕਾਊਂਟਿੰਗ। ਬੇਸਿਕਲੀ देयर आर टू वेज ऑफ क्रिएटिंग अकाउंट, accrual basis of accounting, cash basis of accounting। what does accrual basis of accounting means? accrual basis means ਇਹ ਕਹਿੰਦਾ ਤੁਸੀਂ cash transaction ਵੀ ਲਿਖੋ, credit transaction ਵੀ ਲਿਖੋ, cash transaction ਵੀ ਲਿਖੋ, credit transaction ਵੀ ਲਿਖੋ, ਪਰ ਉਹ ਹੋਣੀਆਂ ਇਸੇ ਸਾਲ ਦੀਆਂ ਚਾਹੀਦੀਆਂ। means ਇਸ ਸਾਲ ਦੇ ਨਾਲ ਰਿਲੇਟਡ ਸਾਰੀਆਂ cash ਵਾਲੀ transaction ਵੀ ਤੇ credit ਵਾਲੀ ਵੀ ਰਿਲੇਟਿੰਗ ਟੂ ਕਰੰਟ ਈਅਰ ਲਿਖ ਦੋ ਤੁਸੀਂ। ਇਹ ਐਕਰੂਅਲ ਬੇਸਿਸ ਅਕਾਊਂਟਸ ਬਣਾਉਣ ਦੇ ਦੋ ਤਰੀਕੇ ਹੁੰਦੇ, ਇੱਕ ਐਕਰੂਅਲ ਬੇਸਿਸ ਆਫ ਅਕਾਊਂਟਿੰਗ, ਇੱਕ ਕੈਸ਼ ਬੇਸਿਸ ਆਫ ਅਕਾਊਂਟਿੰਗ। ਐਕਰੂਅਲ ਬੇਸਿਸ ਕਹਿੰਦਾ ਹੈ ਕੈਸ਼ ਟ੍ਰਾਂਜੈਕਸ਼ਨ ਲਿਖੋ ਤੇ ਕ੍ਰੈਡਿਟ ਟ੍ਰਾਂਜੈਕਸ਼ਨ ਵੀ ਲਿਖੋ ਤੁਸੀਂ ਆਪਣੀ ਕਿਤਾਬਾਂ 'ਚ, ਪਰ ਉਹ ਕਿਹਦੇ ਨਾਲ ਰਿਲੇਟ ਕਰਨੀਆਂ ਚਾਹੀਦੀਆਂ? ਕਰੰਟ ਈਅਰ ਦੇ ਨਾਲ, ਰਿਲੇਟਿੰਗ ਟੂ ਕਰੰਟ ਈਅਰ। ਪਰ ਕੈਸ਼ ਬੇਸਿਸ ਕਹਿੰਦਾ ਤੁਸੀਂ ਕੈਸ਼ ਟ੍ਰਾਂਜੈਕਸ਼ਨ ਲਿਖ ਦਿਓ, ਚਾਹੇ ਪਿਛਲੇ ਸਾਲ ਦੀਆਂ, ਚਾਹੇ ਅਗਲੇ ਸਾਲ ਦੀਆਂ, ਚਾਹੇ ਇਸ ਸਾਲ ਦੀਆਂ, ਜਿਹੜੇ ਸਾਲ ਦੀਆਂ ਮਰਜ਼ੀਆਂ ਤੁਸੀਂ ਸਾਰੀਆਂ ਲਿਖੋ। ਕੈਸ਼ ਬੇਸਿਸ ਆਫ ਅਕਾਊਂਟਿੰਗ। ਸੋ ਕੈਸ਼ ਬੇਸਿਸ ਆਫ ਅਕਾਊਂਟਿੰਗ ਸਟੇਟਸ ਵਟ, ਤੁਸੀਂ ਪਿਛਲੇ ਸਾਲ ਦੀਆਂ, ਇਸ ਸਾਲ ਦੀਆਂ, ਅਗਲੇ ਸਾਲ ਦੀਆਂ ਸਾਰੀਆਂ ਕੈਸ਼ ਟ੍ਰਾਂਜੈਕਸ਼ਨ ਹੀ ਬਸ ਲਿਖਣੀ ਹੈ, ਕੋਈ ਉਧਾਰੀ ਵਾਲੀ ਟ੍ਰਾਂਜੈਕਸ਼ਨ ਨਹੀਂ ਲਿਖਣੀ। ਸਾਰੀਆਂ ਕੈਸ਼ ਟ੍ਰਾਂਜੈਕਸ਼ਨ ਆਫ ਐਨੀ ਈਅਰ, ਚਾਹੇ ਤੁਹਾਨੂੰ ਪਿਛਲੇ ਸਾਲ ਦਾ ਪੈਸਾ ਇਸ ਸਾਲ ਮਿਲਿਆ, ਚਾਹੇ ਅਗਲੇ ਸਾਲ ਦਾ ਪੈਸਾ ਤੁਹਾਨੂੰ ਇਸ ਸਾਲ ਮਿਲ ਗਿਆ, ਚਾਹੇ ਉਸ ਤੋਂ ਅਗਲੇ ਸਾਲ ਦਾ ਪੈਸਾ ਤੁਹਾਨੂੰ ਇਸ ਸਾਲ ਮਿਲ ਗਿਆ। ਸੋ ਸਿਰਫ ਕੈਸ਼ ਟ੍ਰਾਂਜੈਕਸ਼ਨ ਲਿਖਣੀ ਹੈ ਰਿਲੇਟਿੰਗ ਟੂ ਐਨੀ ਈਅਰ, ਰਿਲੇਟਿੰਗ ਟੂ ਐਨੀ ਈਅਰ। ਉਹਦੇ 'ਚ ਕੀ ਸੀ? ਰਿਲੇਟਿੰਗ ਟੂ ਕਰੰਟ ਈਅਰ। ਕੈਸ਼ ਵਾਲੀ ਟ੍ਰਾਂਜੈਕਸ਼ਨ ਵੀ ਉਧਾਰੀ ਵਾਲੀਆਂ ਵੀ, ਇਹਦੇ 'ਚ ਸਿਰਫ ਕੈਸ਼ ਟ੍ਰਾਂਜੈਕਸ਼ਨ ਰਿਲੇਟਿੰਗ ਟੂ ਓਨਲੀ ਕਰੰਟ ਈਅਰ, ਸੌਰੀ ਰਿਲੇਟਿੰਗ ਟੂ ਐਨੀ ਈਅਰ, ਕਰੰਟ, ਪ੍ਰੀਵੀਅਸ ਔਰ ਫਿਊਚਰ, ਜਿਹੜੇ ਮਰਜ਼ੀ ਈਅਰ ਦੀ। ਉਹਦੇ 'ਚ ਰਿਲੇਟਿੰਗ ਟੂ ਕਰੰਟ ਈਅਰ ਸੀ, ਰਿਲੇਟਿੰਗ ਟੂ ਐਨੀ ਈਅਰ। ठीक है, पहला पॉइंट हो गया। फिर एक्रूअल बेसिस ज़्यादातर प्रॉफिटेबल ऑर्गेनाइजेशंस ही फॉलो करती हैं। कैश बेसिस एनजीओज, चैरिटेबल इंस्टीट्यूशंस ये कैश बेसिस फॉलो करते हैं। एक्रूअल बेसिस ਨੂੰ ਕੰਪਨੀਜ਼ ਐਕਟ 2013 ਵੱਲੋਂ ਮਾਨਤਾ ਮਿਲੀ ਹੈ, ਇਹਨੂੰ ਰੈਕਗਨੀਸ਼ਨ ਮਿਲੀ ਹੈ एक्रूअल बेसिस ਨੂੰ, ਪਰ ਇਹਨੂੰ ਕੋਈ ਰੈਕਗਨੀਸ਼ਨ ਨਹੀਂ ਮਿਲੀ। ਸੋ ਰੈਕਗਨਾਈਜ਼ਡ ਬਾय ਕੌਣ? एक्रूअल बेसिस ਨੂੰ ਕੌਣ ਰੈਕਗਨਾਈਜ਼ ਕਰਦਾ ਹੈ? recognized by Companies Act 2013। it is not recognized। cash basis ਨੂੰ ਕੋਈ recognition ਨਹੀਂ ਮਿਲੀ। ਮੀਨਸ ਜੇ ਕੋਰਟ ਦੇ ਵਿੱਚ ਕਿਸੇ ਨੇ ਕਿਸੇ ਚੀਜ਼ ਨੂੰ ਸਿਊ ਕਰਨਾ ਹੈ ਤਾਂ accrual basis ਵਾਲੇ ਨੂੰ accrual basis ਦੇ ਬੇਸਿਸ ਤੇ ਹੀ ਕਰ ਸਕਦੇ ਹਾਂ, ਕੈਸ਼ ਬੇਸਿਸ ਨੂੰ ਕੋਈ ਵੀ ਕੋਰਟ ਦੇ ਵਿੱਚ ਨਹੀਂ ਘਸੀਟ ਸਕਦਾ। ਸੋ not recognized by Companies Act 2013, ਕੋਈ ਮਾਨਤਾ ਨਹੀਂ ਮਿਲੀ ਹੈ ਕੰਪਨੀਜ਼ ਐਕਟ 2013 ਵੱਲੋਂ। ਉਸ ਤੋਂ ਬਾਅਦ ਜੀ ਐਕਰੂਅਲ ਬੇਸਿਸ ਦੇ ਵਿੱਚ ਬੇਸਿਕਲੀ ਤੁਸੀਂ ਦੇਖਿਆ ਹੋਵੇਗਾ ਕਿਹੜੀ ਫੋਲੋ ਕਰਦੀ ਹੈ? ਸਾਰੀ ਪ੍ਰੋਫਿਟੇਬਲ ਆਰਗੇਨਾਈਜੇਸ਼ਨ। ਸੋ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਇਹ ਫੋਲੋ ਕਰਦੀਆਂ ਐਕਰੂਅਲ ਬੇਸਿਸ। ਪ੍ਰੋਫਿਟੇਬਲ, ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨ ਬੈਟਰ ਰਹੇਗਾ। ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨਸ ਸਾਰੀਆਂ ਐਕਰੂਅਲ ਬੇਸਿਸ ਫੋਲੋ ਕਰਦੀਆਂ। ਜਿਹੜੀ ਚੈਰੀਟੇਬਲ ਆਰਗੇਨਾਈਜੇਸ਼ਨ ਹੋ ਗਈਆਂ ਜਾਂ ਐਨਜੀਓਜ਼ ਹੋ ਗਏ, ਇਹ ਸਾਰੇ ਕੈਸ਼ ਬੇਸਿਸ। एनजीओज, चैरिटेबल ऑर्गेनाइजेशन ये कैश बेसिस फॉलो करते हैं। क्लब्स ये सारे कैश बेसिस ऑफ अकाउंटिंग फॉलो करते हैं। क्लब्स, एनजीओज। हुण एक्रूअल बेसिस दे विच असीं की बनाउने आ, तुहानूं पता होना चाहिए। मीनस असीं एक्रूअल बेसिस दे विच, सो मैं आ वाला पहला पॉइंट इरेज करन लगा। एक्रूअल बेसिस दे विच असीं की बनाईदा? मीनस ਅਸੀਂ ਅਕਾਊਂਟਸ ਬਣਾਉਂਦੇ ਆ ਐਕਰੂਅਲ ਬੇਸਿਸ। ਸਭ ਤੋਂ ਪਹਿਲਾਂ ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਲਾਸ ਅਕਾਊਂਟ, बैलेंस शीट, कैश फ्लो स्टेटमेंट। ट्रेडिंग अकाउंट, प्रॉफिट लॉस अकाउंट, फिर बैलेंस शीट। अब बेसिकली तीन चीज़ा बनती हैं।
ਐਕਰੂਅਲ ਬੇਸਿਸ ਤੇ ਪਤਾ ਕੌਣ, ਯਾਨੀ ਜੇ ਆ ਤਾਂ ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨ ਜਿੱਦਾਂ ਕਿੰਗਸੀਜ਼ ਮੈਥਸ ਬਾਰ, ਤੁਹਾਡਾ ਸਕੂਲ, ਤੁਹਾਡੀ ਫੈਕਟਰੀ, ਇਹ ਸਾਰੀ ਪ੍ਰੋਫਿਟ ਆਰਗੇਨਾਈਜੇਸ਼ਨ ਐਕਰੂਅਲ ਬੇਸਿਸ ਤੇ ਫੋਲੋ ਕਰਦੀਆਂ। ਤੇ ਤੁਸੀਂ ਦੇਖਿਆ ਹੋਏਗਾ ਤੁਹਾਡੇ ਜਿੰਨੇ ਵੀ ਅਕਾਊਂਟਸ ਨੇ, ਤੁਹਾਡੀ ਕੰਪਨੀ ਦੇ ਅਕਾਊਂਟਸ, ਤੁਹਾਡੀ ਫੈਕਟਰੀ ਦੇ, ਸ਼ਾਪ ਦੇ, ਜਾਂ ਸਾਰੇ ਅਕਾਊਂਟਸ 'ਚ ਟ੍ਰੇਡਿੰਗ ਅਕਾਊਂਟ ਹੋਏਗਾ, ਪ੍ਰੋਫਿਟ ਲਾਸ ਅਕਾਊਂਟ ਹੋਏਗਾ, ਬੈਲੈਂਸ ਸ਼ੀਟ ਹੋਏਗੀ। ਕੈਸ਼ ਬੇਸਿਸ ਦੇ ਵਿੱਚ ਕੀ ਬਣਦਾ, ਮੀਨਸ ਐਨਜੀਓਜ਼, ਚੈਰੀਟੇਬਲ ਆਰਗੇਨਾਈਜੇਸ਼ਨਸ ਆ, ਕਲੱਬਸ, ਜਿੰਨੇ ਵੀ ਹੈ, ਇਹ ਕੈਸ਼ ਬੇਸਿਸ ਆਫ ਅਕਾਊਂਟਿੰਗ ਫੋਲੋ ਕਰਦੇ ਆ। ਇਹ ਕੀ ਬਣਾਉਂਦੇ ਆ, ਇਹ ਯਾਦ ਰੱਖਣਾ। ਇਹ ਸਭ ਤੋਂ ਪਹਿਲਾਂ ਬਣਾਉਂਦੇ ਆ ਸਾਡਾ ਰਿਸੀਟ ਐਂਡ ਪੇਮੈਂਟ ਅਕਾਊਂਟ, ਰਿਸੀਟਸ ਐਂਡ ਪੇਮੈਂਟ ਅਕਾਊਂਟ। ਫਿਰ ਉਸ ਤੋਂ ਬਾਅਦ ਦੀ ਹੋਰ ਕੀ ਬਣਾਉਂਦੇ ਆ ਇਹ, ਇਨਕਮ ਐਕਸਪੈਂਡੀਚਰ ਅਕਾਊਂਟ, ਫਿਰ ਬੈਲੈਂਸ ਸ਼ੀਟ, ਇਨਕਮ ਐਂਡ ਐਕਸਪੈਂਡੀਚਰ ਅਕਾਊਂਟ, ਫਿਰ ਬੈਲੈਂਸ ਸ਼ੀਟ। ਸੋ ਯਾਦ ਰੱਖਣਾ, ਇਹ ਡਿਫਰੈਂਸ ਬਹੁਤ ਇੰਪੋਰਟੈਂਟ ਹੈ। ਐਕਰੂਅਲ ਬੇਸਿਸ ਪ੍ਰੋਫਿਟੇਬਲ ਆਰਗੇਨਾਈਜੇਸ਼ਨਸ ਫੋਲੋ ਕਰਦੀਆਂ, ਕੈਸ਼ ਬੇਸਿਸ ਐਨਜੀਓਜ਼ ਵਗੈਰਾ, ਇਹਨੂੰ ਰੈਕੋਗਨੀਸ਼ਨ ਮਿਲੀ ਹੈ, ਇਹਨੂੰ ਕੋਈ ਰੈਕੋਗਨੀਸ਼ਨ ਨਹੀਂ ਮਿਲੀ। ਐਕਰੂਅਲ ਬੇਸਿਸ ਕਹਿੰਦਾ ਕੈਸ਼ ਟ੍ਰਾਂਜੈਕਸ਼ਨ ਵੀ ਲਿਖੋ, ਉਧਾਰੀ ਵਾਲੀ ਵੀ ਲਿਖੋ, ਸਿਰਫ ਇਸ ਸਾਲ ਦੀਆਂ। ਕੈਸ਼ ਬੇਸਿਸ ਕਹਿੰਦਾ ਸਾਰੀ ਕੈਸ਼ ਟ੍ਰਾਂਜੈਕਸ਼ਨ ਲਿਖ ਦਿਓ, ਅਗਲੇ ਪਿਛਲੇ ਫਿਊਚਰ ਸਾਰੇ ਸਾਲਾਂ ਦੀਆਂ। ਐਕਰੂਅਲ ਬੇਸਿਸ 'ਚ ਕਿਹੜੇ ਅਕਾਊਂਟਸ ਬਣਾਏ ਜਾਂਦੇ, ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਲਾਸ ਅਕਾਊਂਟ, ਬੈਲੈਂਸ ਸ਼ੀਟ। ਕੈਸ਼ ਬੇਸਿਸ 'ਚ ਰਿਸੀਟ ਪੇਮੈਂਟ ਅਕਾਊਂਟ, ਇਨਕਮ ਐਕਸਪੈਂਡੀਚਰ ਅਕਾਊਂਟ ਤੇ ਬੈਲੈਂਸ ਸ਼ੀਟ। ਦੈਟਸ ਇਟ।